ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੋਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਮਿਹਰਬਾਨੀ ਤੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ। ਆਈ ਐਮ ਵੈਰੀ ਐਕਸਾਈਟਿਡ। ਅਗਰ ਇਹ ਖਬਰ ਸੱਚੀ ਹੋ ਜਾਵੇ ਆਈ ਥਿੰਕ ਕਈਆਂ ਦੇ ਜਿਹੜੇ ਕਾਲਜ ਨੇ ਉਹ ਠੰਡ ਪੈ ਜਾਣਗੇ ਕਿ ਹਾਂ ਕਿਆ ਬਾਤ ਹੈ। ਖਬਰ ਬੜੀ ਘੈਂਟ ਹੈ ਜੀ, ਪਰ ਜੇ ਪੂਰੀ ਹੋ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੀ। ਏਅਰ ਇੰਡੀਆ ਜੋ ਕਿ ਹੁਣ ਦਸੰਬਰ ਦੇ ਵਿੱਚ ਟਾਟਾ ਗਰੁੱਪ ਦੀ ਨਿਗਰਾਨੀ ਹੇਠ ਹੋਣ ਜਾ ਰਹੀ ਹੈ ਜੀ। ਏਅਰ ਇੰਡੀਆ ਪਲਾਨ ਕਰ ਰਹੀ ਹੈ, ਮੈਂ ਪਲਾਨ ਬੋਲ ਰਿਹਾ, ਇਹ ਨਾ ਸੋਚੋ ਕਿ ਮੈਂ ਸੱਚੀ ਹੋ ਰਹੀ ਹੈ, ਪਲੈਨਿੰਗ ਹੋ ਰਹੀ ਹੈ। ਡਾਇਰੈਕਟ ਫਲਾਈਟ ਟੂ ਚੰਡੀਗੜ੍ਹ ਟੂ ਟੋਰਾਂਟੋ। ਆਹਾ, ਸੁਣਨ 'ਚ ਬੜਾ ਮਜ਼ਾ ਆਉਂਦਾ। ਪਹਿਲਾਂ ਇਹ ਦੱਸੋ ਵੀ ਜਨਮ ਦਿਨ ਦੀਆਂ ਵਧਾਈਆਂ ਅੱਜ ਲੈਣੀਆਂ ਕਿ ਨਹੀਂ ਕੱਲ ਲਾਵਾਂਗੇ। ਕੱਲ ਬੇਬੀ ਬੋਰਨ ਹੋਇਆ ਸੀ ਕੱਲ। ਠੀਕ ਹੈ ਜੀ, ਕੋਈ ਨਾ ਲੋਹੜੀ ਦੀ ਪਲੈਨਿੰਗ ਕਰ ਰਹੇ ਸੀ। ਅੱਛਾ, ਕਹਿੰਦੇ ਜੀ ਵੀ ਲੋਹੜੀ ਹੋਣ ਵਾਲੇ ਦਿਨ ਤਾਂ ਵੀਕਐਂਡ ਨਹੀਂ ਹੈਗਾ ਤੇ ਅਸੀਂ ਲੋਹੜੀ ਤੋਂ ਪਹਿਲਾਂ ਰੱਖੀਏ ਕਿ ਬਾਅਦ ਵਿੱਚ? ਨਹੀਂ ਕੱਲ ਹੀ ਠੀਕ ਹੈ ਜੋਲ ਸਾਹਿਬ, ਆਪਾਂ ਕੱਲ ਨੂੰ ਵਧਾਈਆਂ ਲੈਂਦੇ ਹਾਂ। ਪਰੰਤੂ ਆਹ ਵਧਾਈ ਦੋ ਮੈਨੂੰ, ਜੇ ਤੁਸੀਂ ਆਹ ਪੂਰੀ ਕਰ ਦੋਗੇ ਨਾ, ਮੈਂ ਤਾਂ ਕਿਹਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਬਹੁਤ ਅੱਛੀ। ਸੋ ਦੇਖੋ ਜੀ, ਸਭ ਤੋਂ ਪਹਿਲਾਂ ਤੇ ਇਹ ਹੁਣ ਕੋਵਿਡ ਆਪਾਂ ਕਹਿੰਦੇ ਹੁੰਦੇ ਵੀ ਹਾਥੀ ਲੰਘ ਗਿਆ ਤੇ ਪੂਛ ਰਹਿ ਗਈ ਆ। ਜਿਸ ਤਰ੍ਹਾਂ ਦੀ ਪਲੈਨਿੰਗ ਸਾਨੂੰ ਨਜ਼ਰ ਆ ਰਹੀ ਆ ਵਰਲਡ ਵਾਈਡ, ਸਪੈਸ਼ਲੀ ਸਾਡੇ ਇੱਥੇ ਕੈਨੇਡਾ ਤੇ US ਦੇ ਵਿੱਚ ਜਿਹੜੀਆਂ ਇੰਟਰਨੈਸ਼ਨਲ ਡੈਸਟੀਨੇਸ਼ਨਸ ਨੂੰ ਸਰਵ ਕਰਨ ਵਾਲੀਆਂ ਏਅਰਲਾਈਨਸ ਹੈਗੀਆਂ, ਜਿਹਦੇ ਵਿੱਚ ਏਅਰ ਕੈਨੇਡਾ ਸ਼ਾਮਲ ਹੈ। ਅੱਜ ਹੀ ਉਹਨਾਂ ਨੇ ਜਾਣੀ ਕਿ ਕੁੱਲ ਮਿਲਾ ਕੇ 30 ਜਿਹੜੇ ਨਵੇਂ ਹੋਰ ਡੈਸਟੀਨੇਸ਼ਨਸ ਹੈਗੇ ਆ ਉਹਨਾਂ ਨੂੰ ਫਲਾਈਟਸ ਰਿਜ਼ਿਊਮ ਕਰਨ ਦਾ ਜਿਹੜਾ ਜੀ ਐਲਾਨ ਕਰ ਦਿੱਤਾ। ਉਸ ਵਿੱਚ ਯੂਰਪ ਦੇ ਸਾਰੇ ਡੈਸਟੀਨੇਸ਼ਨਸ ਜਿਹੜੇ ਟ੍ਰੈਡੀਸ਼ਨਲੀ ਹੁੰਦੇ ਆ ਏਅਰ ਕੈਨੇਡਾ ਦੇ, ਉਹ ਸ਼ਾਮਲ ਨੇ। ਇਹਦੇ ਨਾਲ ਹੀ ਸਾਊਥ ਅਮਰੀਕਾ ਦੇ ਵਿੱਚ ਉਹ ਡੈਸਟੀਨੇਸ਼ਨਸ ਰਾਦਰ ਵਧਾ ਰਹੇ ਨੇ। ਆਪਾਂ ਕੱਲ ਦੱਸਿਆ ਸੀਗਾ ਵੀ ਇਹ ਆਪਣੇ ਕੈਨੇਡਾ ਦੇ ਵੱਲੋਂ, ਏਅਰ ਕੈਨੇਡਾ ਦੇ ਵੱਲੋਂ ਜੋ ਹੈ ਇੰਡੀਆ ਦਿੱਲੀ ਨੂੰ ਫਲਾਈਟਸ ਜਿਹੜੀਆਂ ਉਹ ਨਵੀਆਂ ਐਡ ਕੀਤੀਆਂ ਜਾ ਰਹੀਆਂ ਕੱਲ ਤੋਂ ਹੀ, 15 ਅਕਤੂਬਰ ਤੋਂ ਹੀ, ਤੁਹਾਡੇ ਜਨਮ ਦਿਨ ਵਾਲੇ ਦਿਨ ਤੋਂ। ਸੋ ਕੱਲ ਤੋਂ ਏਅਰ ਕੈਨੇਡਾ ਜਿਹੜਾ ਜੀ ਐਡੀਸ਼ਨਲ 3 ਹੋਰ ਫਲਾਈਟਸ ਪਾ ਰਹੇ ਨੇ ਟੋਰਾਂਟੋ ਟੂ ਦਿੱਲੀ। ਉਹਦੇ ਵਿੱਚ ਫਿਰ ਇਹ ਹੋ ਜਾਏਗਾ ਕਿ ਵੀਕਲੀ ਉਹਨਾਂ ਦੀਆਂ ਪਹਿਲਾਂ 7 ਫਲਾਈਟ ਸੀਗੀਆਂ, ਹੁਣ ਉਹ 10 ਹੋ ਜਾਣਗੀਆਂ ਟੋਰਾਂਟੋ ਤੋਂ ਦਿੱਲੀ। ਇਹਦੇ ਨਾਲ ਹੀ ਫਿਰ 31 ਅਕਤੂਬਰ ਤੋਂ ਮੌਂਟਰੀਅਲ ਤੋਂ ਜਿਹੜਾ ਜੀ ਸਿੱਧੀ ਦਿੱਲੀ ਨੂੰ ਫਲਾਈਟ ਜਿਹੜੀ ਆ ਉਹ ਏਅਰ ਕੈਨੇਡਾ ਜਾਣ ਲੱਗ ਪੈਣੀ ਆ। ਏਦਾਂ ਕਰਕੇ ਵੀ ਜਾਣੀ ਹੁਣ ਏਅਰ ਕੈਨੇਡਾ ਦੇ ਨਾਲ ਨਾਲ ਫਿਰ ਏਅਰ ਇੰਡੀਆ ਵੀ ਕੰਪੀਟੀਸ਼ਨ ਦੇ ਵਿੱਚ ਹੁੰਦੇ ਨੇ ਵੀ ਜੇ ਇਹ ਡਾਇਰੈਕਟ ਫਲਾਈਟ ਸਰਵ ਕਰ ਰਹੇ ਨੇ ਇੰਡੀਆ ਦੇ ਸਿਟੀਜ਼ ਨੂੰ ਤੇ ਏਅਰ ਇੰਡੀਆ ਕਿਉਂ ਨਹੀਂ। ਪਰ ਹੁਣ ਏਅਰ ਇੰਡੀਆ ਆਪਾਂ ਦੇਖ ਰਹੇ ਹਾਂ ਕਾਫੀ ਲੰਬੇ ਸਮੇਂ ਤੋਂ ਇੱਕ ਸਟਰਗਲ ਦੇ ਵਿੱਚ ਨੇ ਤੇ ਉਸ ਸਟਰਗਲ ਦੇ ਚਲੋ ਰੀਜ਼ਨਸ ਹੋਣਗੇ, ਹਜ਼ਾਰਾਂ ਕਰੋੜਾਂ ਰੁਪਏ ਦੇ ਉਹਨਾਂ ਤੇ ਜਿਹੜੇ ਉਹ ਕਰਜ਼ਿਆਂ ਦੀ ਗੱਲ ਤੇ ਚਲੋ ਚੱਲਦੀ ਰਹਿੰਦੀ ਹੈ, ਪਰ ਹੁਣ ਵਿਕ ਗਏ ਨੇ, ਦੁਬਾਰਾ ਉਹ ਟਾਟਾ ਕੋਲ ਹੀ ਚੱਲ ਗਏ ਨੇ। ਉਹਦੇ ਵਿੱਚ ਪਤਾ ਲੱਗ ਰਿਹਾ ਵੀ ਨਿੱਜੀ ਹੱਥਾਂ ਦੇ ਵਿੱਚ ਇਹ ਜਾਣ ਤੋਂ ਬਾਅਦ ਜਦੋਂ ਮੈਨੇਜਮੈਂਟ ਚੇਂਜ ਹੋਏਗੀ ਹਨਾ, ਤੇ ਫਿਰ ਉਹ ਹੋ ਸਕਦਾ ਚੰਡੀਗੜ੍ਹ ਤੋਂ ਜਾਣੀ ਪਲਾਨ ਕੀਤਾ ਜਾਵੇ ਇੱਕ ਡਾਇਰੈਕਟ ਫਲਾਈਟ ਜਿਹੜੀ ਆ ਟੋਰਾਂਟੋ ਵਾਸਤੇ। ਡਿਮਾਂਡ ਆ ਨਾ ਜਿਹੜੀ ਵੀ ਏਅਰ ਇੰਡੀਆ ਤੇ ਏਅਰ ਕੈਨੇਡਾ ਭਾਵੇਂ ਕਿ ਡਾਇਰੈਕਟ ਦਿੱਲੀ ਤੋਂ ਸਰਵ ਕਰ ਰਹੇ ਨੇ, ਮੁੰਬਈ ਵਾਲੀ ਫਲਾਈਟ ਵੀ ਜਿਹੜੀ ਆ ਰਿਜ਼ਿਊਮ ਹੋਣ ਦੀ ਤਿਆਰੀ ਆ, ਬਟ ਸਟਿਲ ਜਾਣੀ ਕਿ ਕਿਸੇ ਵੀ ਦਿਨ ਤੁਸੀਂ ਦੇਖ ਲਓ ਵੈਸੇ ਐਨ ਪੈਕਡ ਫੁੱਲ ਹੁੰਦੀ ਆ ਫਲਾਈਟ। ਉਹ ਪੈਕਡ ਫੁੱਲ ਹੋਣ ਦਾ ਰੀਜ਼ਨ ਅਰਸ਼ ਇਹ ਵੀ ਆ ਵੀ ਇਕੱਲੇ ਉਹਦੇ ਵਿੱਚ ਕੈਨੇਡਾ ਦੇ ਪੈਸੇਂਜਰ ਨਹੀਂ ਹੁੰਦੇ, ਜਿਹੜੇ ਇਹ ਕੈਨੇਡਾ ਦੇ ਨਾਲ ਨਾਲ ਲੱਗਦੇ US ਦੇ ਸਿਟੀਜ਼ ਆ ਤੇ ਉਹ ਵੀ ਖਾਸ ਤੌਰ ਤੇ ਇੱਥੋਂ ਨਿਊਯਾਰਕ ਸਟੇਟ ਦੇ ਵਿੱਚੋਂ ਤੇ ਉਹ ਟੈਕਸਸ ਤੱਕ ਵੀ ਜਿਹੜੇ ਆ ਜੀ ਜੇ ਉਹ ਫਲਾਈਟ ਮਤਲਬ ਪੈਸੇਂਜਰ ਸੋਚਦਾ ਕਿ ਜੇ ਮੈਂ ਨਿਊਯਾਰਕ ਰੁਕ ਕੇ ਲੈਣੀ ਆ ਜਾਂ ਲਾਸ ਐਂਜਲਸ ਰੁਕ ਕੇ ਲੈਣੀ ਆ ਕਿ ਉਹਨੂੰ ਫਿਰ ਮੈਂ ਟੋਰਾਂਟੋ ਤੋਂ ਹੀ ਰੁਕ ਕੇ ਲੈ ਲਵਾਂ, ਇੱਕੋ ਜਿਹਾ ਲਗਭਗ ਟੈਕਸਸ ਵਾਲਿਆਂ ਨੂੰ ਪੈ ਜਾਂਦਾ। ਸੋ ਇਸ ਕਰਕੇ ਜੀ ਵੀ ਉਹ ਇੰਟਰਨੈਸ਼ਨਲ ਪੈਸੇਂਜਰ ਉਸ ਇੰਟਰਨੈਸ਼ਨਲ ਫਲਾਈਟ ਜਿਹੜੀ ਕਿ ਟੋਰਾਂਟੋ ਤੋਂ ਦਿੱਲੀ ਨੂੰ ਜਾਂ ਵੈਨਕੂਵਰ ਤੋਂ ਦਿੱਲੀ ਨੂੰ ਚੱਲਦੀਆਂ ਨੇ ਉਹਨਾਂ ਦੇ ਵਿੱਚ ਹੁੰਦੇ ਨੇ ਤੇ ਆਮ ਤੌਰ ਤੇ ਬਿਜ਼ਨਸ ਕਲਾਸ ਜਿਹੜੀ ਵੀ ਸੈਲ ਨਹੀਂ ਹੁੰਦੀ ਏਅਰਲਾਈਨ ਦੀ ਇਹ ਸ਼ਿਕਾਇਤ ਹੁੰਦੀ ਆ। ਪਰ ਇਹ ਕਮਾਲ ਦੀ ਗੱਲ ਹੈ ਵੀ ਇੰਡੀਆ ਨੂੰ ਜਿਹੜੇ ਡੈਸਟੀਨੇਸ਼ਨ ਜਾਂਦੇ ਨੇ ਉਹਦੇ ਵਿੱਚ ਬਿਜ਼ਨਸ ਕਲਾਸ ਜਿਹੜੀ ਬੜੀ ਉਹ ਵੈਰੀ ਵੈਲ ਸੈਲ ਹੋ ਰਹੀ ਆ। ਖਾਸ ਤੌਰ ਤੇ US ਦਾ ਕਸਟਮਰ ਆ ਜਿਹੜਾ ਜੀ ਉਹ ਕਾਫੀ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰ ਰਹੇ ਨੇ, ਜਿਸ ਕਰਕੇ ਵੀ ਏਅਰਲਾਈਨ ਨੂੰ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਕੋਈ ਘਾਟੇ ਵਾਲੀ ਗੱਲ ਨਹੀਂ। ਅੰਮ੍ਰਿਤਸਰ ਦੀ ਜਦੋਂ ਸਿੱਧੀਆਂ ਫਲਾਈਟਾਂ ਬੰਦ ਹੋਈਆਂ ਸੀ ਉਹਦੇ ਵਿੱਚ ਸ਼ਿਕਾਇਤ ਵੀ ਇਹੀ ਸੀ ਵੀ ਲੋਕ ਸਸਤੀ ਤੋਂ ਸਸਤੀ ਟਿਕਟ ਭਾਲਦੇ ਆ, ਜਿਹੜਾ ਕਿ ਏਅਰਲਾਈਨ ਫਿਰ ਅਫੋਰਡ ਨਹੀਂ ਕਰ ਪਾਉਂਦੀ ਜਦੋਂ ਬਿਜ਼ਨਸ ਕਲਾਸ ਜਿਹੜੀ ਆ ਉਹ ਫਲਾਈ ਜਿਹੜੀ ਖਾਲੀ ਉੱਡਦੀ ਆ ਹਨਾ। ਸੋ ਉਸ ਸੈਕਟਰ ਦੇ ਵਿੱਚ ਅੰਮ੍ਰਿਤਸਰ ਦੀ ਡਿਮਾਂਡ ਨਾ ਹੋਣ ਕਰਕੇ ਵੱਡੀ ਰੁਕਾਵਟ ਤਾਂ ਇਹ ਆ ਵੀ ਕੋਈ ਏਅਰਲਾਈਨ ਜਿਹੜੀ ਹੌਸਲਾ ਹੀ ਨਹੀਂ ਕਰਦੀ ਵੀ ਜੇ ਉਹ ਫਲਾਈਟ ਦੇ ਵਿੱਚ ਬਹਿਣ ਵਾਲੇ ਹੁਣ ਪੈਸੇਂਜਰਸ ਦੀ ਮਾਨਸਿਕਤਾ ਮੈਜੋਰਿਟੀ ਦੀ ਇਹ ਆ ਵੀ ਜੇ ਇੱਕ ਤੋਂ $10 ਵੀ ਟਿਕਟ ਸਸਤੀ ਮਿਲ ਗਈ ਤਾਂ ਆਪਾਂ ਉੱਧਰੋਂ ਤੁਰ ਪੈਣਾ ਤੇ ਫਿਰ ਬਿਜ਼ਨਸ ਕਲਾਸ ਖਾਲੀ ਆ। ਉਹ ਏਅਰਲਾਈਨ ਜਿਹੜੀ ਅਫੋਰਡ ਨਹੀਂ ਕਰ ਪਾਉਂਦੀ, ਜਿਹਦੇ ਕਰਕੇ ਵੀ ਇਹ ਸਿਚੁਏਸ਼ਨ ਬਣਦੀ ਰਹੀ ਆ। ਜਿਵੇਂ ਕਿ ਏਅਰਲਾਈਨਸ ਹੀ ਆਫੀਸ਼ੀਅਲੀ ਇਹ ਸਾਨੂੰ ਦੱਸਦੀਆਂ ਰਹੀਆਂ
ਹੁਣ ਨਿਕਲ ਕੇ ਪਤਾ ਲੱਗ ਰਿਹਾ ਵੀ 에ਅਰ ਇੰਡੀਆ ਜਿਹੜੀ ਆ ਉਹ ਇੱਕ ਨਵਾਂ ਐਕਸਪੈਰੀਮੈਂਟ ਕਰ ਸਕਦੇ ਨੇ ਚੰਡੀਗੜ੍ਹ ਤੋਂ ਟੋਰਾਂਟੋ ਦਾ। ਦੇਖੋ ਆਉਣ ਵਾਲਾ ਸਮਾਂ ਕਿੱਦਾਂ ਦਾ ਆਉਂਦਾ ਜੀ। ਚਲੋ ਬਣਿਆ ਸੀ ਚੰਡੀਗੜ੍ਹ 에ਅਰਪੋਰਟ, ਲਿਖਿਆ ਵੀ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ। ਸੋ ਆਈ ਹੋਪ ਇਹ ਵੀ ਪੂਰਾ ਹੋਵੇਗਾ, ਸਪੈਸ਼ਲੀ ਜੇ ਸਾਡੇ ਵਰਗੇ ਜਿਹੜੀ ਫਿਲਮਾਂ ਬਣਾਉਂਦੇ ਨੇ। ਐਂਡ ਉਹ ਤਾਂ ਚੰਡੀਗੜ੍ਹ ਇਜ਼ ਦਾ ਹੱਬ ਐਂਡ ਸੈਂਟਰ ਪੈਂਦਾ ਹੈ ਜੀ। 2-3 ਘੰਟੇ ਦਿੱਲੀ ਪਹੁੰਚ ਜਾਓ, ਜਾਂ ਤੁਸੀਂ ਅੰਮ੍ਰਿਤਸਰ ਜਾਣਾ, ਇੱਧਰ ਜਾਣਾ, ਲੁਧਿਆਣੇ ਜਾਣਾ, ਸੋ ਸੈਂਟਰ ਪੁਆਇੰਟ ਪੈ ਜਾਂਦਾ ਜੀ। ਸੋ ਆਈ ਹੋਪ ਇਹ ਜਿਹੜੀ ਖਬਰ ਤੁਸੀਂ ਪੇਸ਼ ਕੀਤੀ ਹੈ ਇਹ ਸੱਚ ਹੋਵੇ, ਤੇ ਫਿਰ ਮੈਂ ਲੱਡੂ ਵੰਡਾ 905-813-1320। ਖਬਰ ਜਿਹੜੀ ਆ ਨਾ, ਮੈਂ ਸਮਝਦਾ ਵੀ ਜੋ ਅਸੀਂ ਕਹਿ ਰਹੇ ਹਾਂ, ਅਸੀਂ ਬੜੇ ਰਿਸਪੌਂਸਿਬਲੀ ਜਿਹੜਾ ਜੀ ਵੀ ਆਪਣੇ ਚਿੱਤੋਂ ਇੱਕ ਵੀ ਲਫ਼ਜ਼ ਮੂੰਹ ਚੋਂ ਕੱਢਣ ਦੀ ਕੋਸ਼ਿਸ਼ ਦੇ ਵਿੱਚ ਹੁੰਦੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ ਸਵਾਲ ਹੀ ਨਹੀਂ ਕਦੀ ਉੱਠ ਸਕਦਾ ਵੀ ਇਹ ਖਬਰ ਸੱਚੀ ਹੋਵੇ। ਖਬਰ ਸੱਚੀ ਹੀ ਹੁੰਦੀ ਆ। ਬਹੁਤ ਸੀਨੀਅਰ ਅਫੀਸ਼ੀਅਲਸ ਦੇ ਨਾਲ ਮੇਰੀ ਗੱਲ ਜਿਹੜੀ ਉਹ ਗੱਲ ਚੱਲ ਰਹੀ ਸੀ ਜੀ। ਸੋ ਕਾਫੀ ਕੁਝ ਅੰਦਰ ਖਾਤੇ ਜਿਹੜਾ ਜੀ ਵੀ ਉਹ ਚੱਲ ਰਿਹਾ। ਸੋ ਅੰਦਰ ਦੀ ਗੱਲ ਇਹ ਆ ਵੀ ਇਹ ਉਹਨਾਂ ਦੀ ਕਾਰਡ ਤੇ ਆ ਚੰਡੀਗੜ੍ਹ ਤੋਂ ਟੋਰਾਂਟੋ ਦੀ ਫਲਾਈਟ। ਸੋ ਹੋਪਫੁਲੀ ਜਾਣੀ ਕਿ ਵੀ ਜੇ ਮਤਲਬ ਬਹੁਤ ਜਲਦੀ ਨਹੀਂ ਤੇ ਦੇਰ ਨਾਲ ਕਿਤੇ ਨਾ ਕਿਤੇ ਜਾ ਕੇ ਇਹ ਰਿਐਲਿਟੀ ਹੋ ਸਕਦੀ ਹੈ। ਦੂਸਰਾ ਇਹ ਆ ਜੀ ਵੀ ਮੈਂ ਇਹ ਵੀ ਐਕਸਪੀਰੀਅੰਸ ਕੀਤਾ ਆਪਣੀ ਲਾਈਫ ਦੇ ਵਿੱਚ। ਅੱਜ ਵੀ ਸਾਡੀ ਕਮਿਊਨਿਟੀ ਦੇ ਵਿੱਚ, ਕਮਿਊਨਿਟੀ ਸਾਡੀ ਬੜੀ ਪਿਆਰੀ ਹੈ, ਸਤਿਕਾਰਯੋਗ ਨੇ ਸਾਰੇ, ਪਰ ਜਿਹੜੀ ਕੋਈ ਬਹੁਤ ਬ੍ਰੇਕਿੰਗ ਨਵੀਂ ਖਬਰ ਹੁੰਦੀ ਉਹਨਾਂ ਨੇ ਕਿਤੇ ਹੋਰ ਕਿਤੇ ਪੜ੍ਹੀ ਸੁਣੀ ਨਾ ਹੋਵੇ ਨਾ, ਉਹਨਾਂ ਨੂੰ ਹੁੰਦਾ ਵੀ ਖਬਰ ਇਹ ਮਤਲਬ ਕੋਲੋਂ ਕਿਸੇ ਨੇ ਬਣਾ ਲਈ ਪਈ। ਰਾਈਟ 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 ਰਾਈਟ। ਸੋ ਇਸ ਕਰਕੇ ਸਾਡੀ ਜਿਹੜੀ ਇਹ ਸਾਈਕੀ ਆ ਨਾ, ਇੱਕ ਤਰੀਕੇ ਦੇ ਨਾਲ ਵੀ ਅਸੀਂ ਫਟਾਫਟ ਫਿਰ ਉਹਦਾ ਲਿੰਕ ਭਾਲਣਾ ਖਬਰ ਦਾ। ਸਾਡੀਆਂ ਖਬਰਾਂ ਦਾ ਲਿੰਕ ਘੱਟ ਹੀ ਲੱਭਦਾ, ਕਿਉਂਕਿ ਅਸੀਂ ਆਲਮੋਸਟ ਪੈਰਲਲ ਚੱਲ ਰਹੇ ਹਾਂ ਮੇਨ ਸਟ੍ਰੀਮ ਮੀਡੀਆ। ਬਿਲਕੁਲ ਬਿਲਕੁਲ, ਨਹੀਂ ਤਾਂ ਜ਼ਿਆਦਾ ਅੱਗੇ, ਇੱਕ ਸਟੈਪ ਅੱਗੇ ਅਸੀਂ ਆਈ ਥਿੰਕ ਸੋ। ਤੇ ਜੇ ਖਬਰ ਅਸੀਂ ਉਹਨਾਂ ਨਾਲੋਂ ਪਹਿਲਾਂ ਨਾ ਦੇ ਸਕੀਏ ਜਿਹੜੀਆਂ ਕਿ ਆਪਾਂ ਦਿੰਨੇ ਵੀ ਆ, ਤੇ ਅਸੀਂ ਉਹਨਾਂ ਨਾਲੋਂ ਲੇਟ ਨਹੀਂ, ਇੰਨੀ ਕਪੈਸਿਟੀ ਸਾਡੇ ਕੋਲ ਹੁੰਦੀ ਆ। ਸੋ ਇਸ ਕਰਕੇ ਭੈਣ ਭਰਾ ਹੁਣ ਅੱਗੇ ਨਾਲੋਂ ਵੱਧ ਵੈਸੇ ਐਜੂਕੇਟ ਹੋ ਗਏ ਨੇ, ਪਰ ਸ਼ੁਰੂ ਤੇ ਬਹੁਤ ਹੁੰਦਾ ਸੀਗਾ ਇਹ ਖਬਰ ਕਿਤੇ ਪੜ੍ਹੀ ਨਹੀਂ ਜੀ, ਸੁਣੀ ਨਹੀਂ ਜੀ, ਸੱਚ ਹੈ ਨਹੀਂ, ਕਿਉਂਕਿ ਮੇਰੇ ਕੋਲ ਐਗਜ਼ਾਮਪਲ ਯਾਦ ਰਹਿੰਦੀ ਆ। ਜੀ ਜੀ ਬਿਲਕੁਲ। ਫਰਾਂਸ ਦੇ ਵਿੱਚ ਜਦੋਂ ਦਸਤਾਰ ਦਾ ਮੁੱਦਾ ਉੱਠਿਆ, ਜਦੋਂ ਇਹ ਸਦੀ ਅਜੇ ਚੜ੍ਹੀ ਸੀਗੀ, ਅਸੀਂ ਪ੍ਰੋਗਰਾਮ ਉਹਦੇ ਤੇ ਰੱਖਿਆ ਤੇ ਇੱਕ ਕਾਲਰ ਨੇ ਮਤਲਬ ਇਹ ਕਾਲ ਕੀਤਾ, ਇੱਕ ਕਾਲਰ ਨੇ, ਸਿਰਫ ਇੱਕ ਨੇ, ਹਨਾ ਜੀ, ਮਤਲਬ ਦਾਲ ਚ ਕੋਕੜੂ ਹੀ ਕਾਫੀ ਹੁੰਦਾ। ਉਹਨਾਂ ਨੇ ਕਿਹਾ ਜੀ ਵੀ ਇਹ ਖਬਰ ਅਜੇ ਤੱਕ ਕਿਤੇ ਸੁਣੀ ਨਹੀਂ, ਤੁਸੀਂ ਕੋਲੋਂ ਬਣਾਈ ਲੱਗਦੀ ਹੈ। ਤੁਸੀਂ ਦੇਖੋ ਵੀ ਉਹ ਦਸਤਾਰ ਦਾ ਮੁੱਦਾ ਅੱਜ 20 ਸਾਲ ਬਾਅਦ ਵੀ ਜਾਣੀ ਕਿ ਕਿਸ ਤਰੀਕੇ ਦੇ ਨਾਲ ਫਰਾਂਸ ਉਦਾਂ ਹੀ ਬਰਕਰਾਰ ਆ ਜੀ। ਸੋ ਜਿਸ ਕਰਕੇ ਆ ਜੀ ਵੀ ਅਸੀਂ ਬੜਾ ਰਿਸਪੌਂਸੀਬਲ ਜਰਨਲਿਜ਼ਮ ਆ, ਤੁਸੀਂ ਬੜੇ ਰਿਸਪੌਂਸੀਬਲ ਆਡੀਅנס ਹੋ, ਆਓ ਇੱਕ ਦੂਜੇ ਦਾ ਸਤਿਕਾਰ ਕਰੀਏ। ਜੌਲ ਸਾਹਿਬ ਆਪਾਂ ਗੱਲਬਾਤ ਕਰੀਏ ਇੱਕ ਵਾਰੀ ਫਿਰ ਤੋਂ OCI ਦੀ। ਕਈ ਸਾਡੇ ਜਿਹੜੇ ਹੁਣ ਤਾਂ ਆਪਾਂ ਮੈਨੂੰ ਲੱਗਦਾ ਇਹ 8ਵਾਂ-9ਵਾਂ ਦਿਨ ਹੋਵੇਗਾ, ਆਈ ਥਿੰਕ ਵੀ ਹੈਵ ਬੀਨ ਸੇਇੰਗ ਦ ਸੇਮ ਥਿੰਗ ਓਵਰ ਐਂਡ ਓਵਰ ਅਗੇਨ, ਪਰੰਤੂ ਤੁਸੀਂ ਇੱਕ ਟੀਚਰ ਹੋ ਜੀ, ਅਸੀਂ ਸਟੂਡੈਂਟ ਆ ਤੁਹਾਡੇ, ਐਂਡ ਟੀਚਰ ਬਾਰ-ਬਾਰ ਅੱਜ ਸਾਨੂੰ ਸਮਝਾਉਂਦੇ ਤਾਂ ਸਾਨੂੰ ਸਮਝ ਲੱਗਦੀ ਹੈ ਜੀ। ਜੇ ਕੋਈ ਫਾਰਮੂਲਾ ਸਟਕ ਹੋਵੇ ਕਿਤੇ ਨਾ ਕਿਤੇ, ਆਈ ਥਿੰਕ ਦ ਟੀਚਰ ਹੈਲਪਸ ਯੂ ਆਊਟ। ਸੋ ਇੱਕ ਵਾਰੀ ਫਿਰ ਤੋਂ ਜਿਹੜੇ ਵੀਰ ਇੰਡੀਆ ਜਾ ਰਹੇ ਨੇ, ਭੈਣਾਂ ਇੰਡੀਆ ਜਾ ਰਹੇ ਨੇ, OCI ਇਜ਼ ਓਕੇ ਟੂ ਟਰੈਵਲ। ਇਸ ਤਰ੍ਹਾਂ ਤੇ ਇਹ ਗੱਲ ਫਿਰ ਉੱਥੇ ਹੀ ਆ ਜਾਂਦੀ ਆ ਵੀ ਜਦੋਂ ਅਸੀਂ ਬਹੁਤ ਤੇਜ਼ ਖਬਰ ਸਭ ਤੋਂ ਪਹਿਲਾਂ ਲੈ ਵੀ ਆਉਂਦੇ ਆ ਨਾ ਜੀ ਜੀ ਜੀ, ਪਰ ਕਿਉਂਕਿ ਵੀ ਹਰ ਵੇਲੇ ਹਰ ਭੈਣ ਭਰਾ ਉਹਨੂੰ ਨਹੀਂ ਸੁਣ ਰਹੇ ਹੁੰਦੇ ਕਈ ਵਾਰੀ, ਜਿਸ ਕਰਕੇ ਵੀ ਅਸੀਂ ਜਾਣ ਬੁੱਝ ਕੇ ਬਹੁਤ ਸਾਰੀਆਂ ਚੀਜ਼ਾਂ ਰਿਪੀਟ ਕਰਦੇ ਹਾਂ ਹਫ਼ਤਾ 10 ਦਿਨਾਂ ਬਾਅਦ, ਤਾਂ ਕਿ ਭੈਣ ਭਰਾਵਾਂ ਸਾਰਿਆਂ ਨੂੰ ਪਤਾ ਲੱਗ ਜਾਵੇ। ਕਈ ਵਾਰ ਚਲੋ ਪਤਾ ਲੱਗ ਕੇ ਵੀ ਉਹਨਾਂ ਨੂੰ ਹੁੰਦਾ ਵੀ ਸੁਣਿਆ ਨਹੀਂ ਜੀ, ਪਤਾ ਨਹੀਂ ਲੱਗਾ, ਪਰ ਇਹ ਸਾਡੀ ਰਿਸਪੌਂਸਿਬਿਲਿਟੀ ਜਾਣੀ ਬਣ ਜਾਂਦੀ ਹੈ ਵੀ ਬਾਰ-ਬਾਰ, ਕਿਉਂਕਿ ਹੁਣ ਜਦੋਂ ਆਪਾਂ ਵੀਜ਼ਾ ਦੀ ਗੱਲ ਪਿੱਛੇ ਵੀ ਕਰਦੇ ਰਹੇ ਹਾਂ, ਅੱਛਾ OCI ਵਾਲਾ ਜਾ ਸਕਦਾ ਕਿ ਨਹੀਂ ਜੀ, ਮੇਨ ਕੁਐਸਚਨ ਇਹ ਆ ਰਿਹਾ ਸੀਗਾ। ਜਦੋਂ ਕਿ ਅਸੀਂ ਆਲਰੇਡੀ ਪਿਛਲੇ ਸਾਲ ਅਕਤੂਬਰ ਦੇ ਵਿੱਚ ਇਹ ਖਬਰ ਦੱਸ ਦਿੱਤੀ ਸੀ, ਅਕਤੂਬਰ ਦੇ ਵਿੱਚ, ਵੀ ਜਦੋਂ ਇੰਡੀਅਨ ਗਵਰਨਮੈਂਟ ਨੇ OCI ਨੂੰ ਰੀਇਨਸਟੇਟ ਕੀਤਾ ਸੀ, ਮਾਰਚ 2020 ਚ ਉਹਨਾਂ ਨੇ ਸਸਪੈਂਡ ਕੀਤੀ ਸੀ, ਅਕਤੂਬਰ 2020 ਦੇ ਵਿੱਚ ਉਹਨਾਂ ਨੇ ਉਹਨੂੰ ਰੀਇਨਸਟੇਟ ਕਰ ਦਿੱਤਾ ਸੀਗਾ ਵੀ ਸਿਰਫ ਤੇ ਸਿਰਫ ਇੰਡੀਅਨ ਸਿਟੀਜ਼ਨ ਤੇ OCI ਹੀ ਉਦੋਂ ਤੋਂ ਬਿਨਾਂ ਵੀਜ਼ਾ ਲਿਆ ਇੰਡੀਆ ਜਾ ਪਾ ਰਹੇ ਆ ਜੀ। ਸੋ ਵੀ ਇਸ ਕਰਕੇ ਇੱਕ ਵਾਰੀ ਦੱਸੀ ਹੋਈ ਖਬਰ, ਸਾਰੇ ਭੈਣ ਭਰਾ ਆਪਣੇ ਕੰਮਾਂ 'ਚ ਬੜੇ ਬਿਜ਼ੀ ਨੇ, ਸ਼ਿਫਟਾਂ ਲੱਗਦੀਆਂ ਨੇ, ਸਾਨੂੰ ਪਤਾ ਸਭ ਕੁਝ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਬਾਰ-ਬਾਰ ਰਿਪੀਟ ਕਰੀਏ। ਸੋ ਬਹੁਤ ਸਾਰੇ ਭੈਣ ਭਰਾਵਾਂ ਨੂੰ ਅੱਜ 1 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਨਹੀਂ ਪਤਾ ਵੀ OCI ਤੇ ਜਾਇਆ ਜਾ ਸਕਦਾ। ਸੋ ਇਸ ਕਰਕੇ ਅਸੀਂ ਆਪਣੀ ਰਿਸਪੌਂਸਿਬਿਲਿਟੀ ਦੇ ਵਿੱਚ ਅੱਜ ਇੱਕ ਵਾਰ ਫਿਰ ਭੈਣ ਭਰਾਵਾਂ ਨੂੰ ਕਹਿ ਰਹੇ ਹਾਂ ਕਿ ਜਿਹੜੇ ਲੌਂਗ ਟਰਮ ਵੀਜ਼ਾ ਨੇ ਸਸਪੈਂਡਡ ਨੇ, ਜਿੱਦਾਂ ਲਾਸਟ ਵੀਕ ਦੱਸਿਆ ਸੀ, ਜਾਣਾ ਨਵਾਂ ਐਂਟਰੀ ਵੀਜ਼ਾ ਜਿਹੜਾ ਉਹ ਲੈਣਾ ਪਏਗਾ ਤੇ ਰੀਜ਼ਨ ਦੱਸਣਾ ਪਏਗਾ। ਹਰ ਇੱਕ ਨੂੰ ਮਿਲਦਾ ਨਹੀਂ, ਜਿਹੜੇ ਉੱਦਾਂ ਝੋਲਾ ਚੁੱਕ ਕੇ ਤੁਰੇ ਨੇ ਉਹਨਾਂ ਨੂੰ ਰੋਕਣ ਦਾ ਪਰਪਜ਼ ਹੈ ਕਿ ਅਜੇ ਕੋਵਿਡ ਹੈ। ਸੋ ਜਿਸ ਕਰਕੇ ਜੀ ਵੀ ਇਹ ਕੱਲ੍ਹ ਹੁਣ 15 ਅਕਤੂਬਰ ਤੋਂ ਜਿਹੜੇ
ਜਾਣਗੇ ਉੱਥੇ ਗਰੁੱਪਸ ਦੇ ਵਿੱਚ ਜਾਂ ਕਿਸੇ ਚਾਰਟਰਡ ਫਲਾਈਟ ਦੇ ਵਿੱਚ ਹਨਾ। ਜੇ ਨਵਾਂ 6 ਅਕਤੂਬਰ ਤੋਂ ਬਾਅਦ ਦਾ ਲੱਗਾ ਹੋਇਆ ਵੀਜ਼ਾ ਹੈਗਾ ਐਂਟਰੀ ਵੀਜ਼ਾ, ਤੇ ਉਹ ਐਂਟਰੀ ਉਹਨਾਂ ਨੂੰ ਮਿਲ ਜਾਏਗੀ, ਜਾ ਸਕਣਗੇ ਲੋਕ। ਤੇ ਇੱਦਾਂ ਹੀ 15 ਨਵੰਬਰ ਤੋਂ ਬਾਅਦ ਵੀ ਜਿਨ੍ਹਾਂ ਦੀ ਐਂਟਰੀ ਖੁੱਲ੍ਹਣੀ ਉਹ ਉਹੀ ਹੋਣਗੇ ਜਿਨ੍ਹਾਂ ਕੋਲ 6 ਅਕਤੂਬਰ 2021 ਜਾਂ ਉਸ ਤੋਂ ਬਾਅਦ ਦੀ ਤਰੀਕ ਦਾ ਲੱਗਾ ਹੋਇਆ ਪਾਸਪੋਰਟ 'ਚ ਨਵਾਂ ਐਂਟਰੀ ਵੀਜ਼ਾ ਹੋਏਗਾ, ਜਾਂ ਉਹਨਾਂ ਕੋਲ OCI ਹੋਏਗੀ ਜੀ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਬਾਕੀ ਉਹ ਫੇਰ ਗੱਲ ਹੈ ਵੀ ਹੁਣ ਹਾਥੀ ਲੰਘ ਗਿਆ ਪੂਛ ਰਹਿ ਗਈ ਆ। ਇਹ ਬੜੀ ਜਲਦੀ ਅਨਾਊਂਸਮੈਂਟ ਆਉਣੀ ਆ ਕਿ ਤੁਹਾਡੇ ਜਿਹੜੇ ਲੌਂਗ ਟਰਮ ਵੀਜ਼ਾਸ ਨੇ 5 ਸਾਲ ਵਾਲੇ 10 ਸਾਲ ਵਾਲੇ ਉਹ ਰੀਇਨਸਟੇਟ ਹੋ ਜਾਣੇ ਆ। ਏਅਰਲਾਈਨਸ ਜੇ ਫਲਾਈਟਸ ਅਨਾਊਂਸ ਕਰ ਰਹੀਆਂ ਤੇ ਵੀਜ਼ਾਸ ਵੀ ਨੈਚੁਰਲੀ ਆ ਖੁੱਲਣੀ ਆ, ਨੋਰਮਲ ਹੋ ਰਹੀ ਹੈ। ਜਿੱਥੇ ਇਹਨਾਂ ਆਪਾਂ ਸਾਲ ਇਹ ਡੇਢ ਕੱਢ ਲਿਆ ਨਾ, ਇੱਕਦਮ ਹੀ ਹੋਰ ਦੇਖੀਏ ਇਹ ਸਿਚੁਏਸ਼ਨ ਨਾਰਮਲ ਹੋਏਗੀ। ਜੌਲ ਸਾਹਿਬ ਗੱਲਬਾਤ ਕਰੀਏ ਹੁਣ ਸਾਡੀ ਗੁਆਂਢੀ ਮੁਲਕ ਦੀ। ਗੱਲਾਂ ਹੋ ਰਹੀਆਂ ਨੇ ਕਿ ਕਈਆਂ ਨੇ ਫਾਈਜ਼ਰ ਲਗਵਾਈ ਹੈ, ਫਿਰ ਉਸ ਤੋਂ ਬਾਅਦ ਮੋਡਰਨਾ ਲਗਵਾਈ ਆ, ਜਾਂ ਜਿਨ੍ਹਾਂ ਨੇ ਮੋਡਰਨਾ ਲਗਵਾਈ ਉਸ ਤੋਂ ਬਾਅਦ ਐਸਟਰਾਜ਼ੈਨੇਕਾ ਲਗਵਾਈ ਆ। ਮਿਕਸ ਵੈਕਸੀਨਸ ਨੂੰ ਲੈ ਕੇ ਥੋੜੀ ਜਿਹੀ ਕਨਫਿਊਜ਼ਨ ਹੋ ਰਹੀ ਹੈ ਟੂ ਟਰੈਵਲ ਟੂ ਦ ਬਾਰਡਰ। ਅਰਸ਼ ਇਸ ਤਰ੍ਹਾਂ ਵੀ ਸਾਡੇ ਇੱਥੇ ਹੈਗੇ ਨੇ ਹੈਲਥ ਕੈਨੇਡਾ ਦੇ ਵਿੱਚ, ਤੇ ਉਹਨਾਂ ਦਾ ਜਾਣੀ ਕਿ ਕਹਿ ਲਓ ਲੌਜਿਕ ਇਹ ਆ ਵੀ ਰਿਸਰਚ ਨੇ ਇਹਨਾਂ ਨੂੰ ਦੱਸ ਦਿੱਤਾ ਵੀ ਜਿਹੜਾ ਇਹ ਮਿਕਸ ਐਂਡ ਮੈਚਿੰਗ ਆ ਵੀ ਕੋਈ ਵੀ ਵੈਕਸੀਨ ਜਿਹੜੀ ਅਪਰੂਵਡ ਆ ਉਹਦਾ ਵੀ ਇੱਕ ਡੋਜ਼ ਲਵਾ ਕੇ ਦੂਜੀ ਦਾ ਲਵਾ ਲਓ ਵੀ ਉਹ ਸੇਫ ਤੇ ਇਫੈਕਟਿਵ ਆ ਜੀ, ਜਾਣੀ ਤੇ ਉਹ ਸੁਰੱਖਿਅਤ ਵੀ ਆ, ਕੁਝ ਵੀ ਨਹੀਂ ਹੁੰਦਾ ਤੇ ਅਸਰਦਾਰ ਵੀ ਆ। ਅੱਛਾ, ਲੇਕਿਨ ਕਿ ਜਿਹੜੇ ਹੁਣ ਅਮਰੀਕਾ ਵਾਲੇ ਹੈਗੇ ਆ ਸੈਂਟਰ ਫॉर ਡਿਸੀਜ਼ ਕੰਟਰੋਲ CDC ਜਿਹਨੂੰ ਕਹਿੰਦੇ ਆ, ਉਹ ਕਹਿੰਦੇ ਆ ਵੀ ਸਾਡੇ ਕੋਲ ਇਹਦੀ ਵੀ ਸੇਫਟੀ ਬਾਰੇ, ਐਫੀਕੇਸੀ ਬਾਰੇ, ਵੀ ਇਹਦੇ ਅਸਰ ਬਾਰੇ ਹਜੇ ਕੋਈ ਬਾਹਲਾ ਡਾਟਾ ਨਹੀਂ ਹੈਗਾ ਜਿਹਦੇ ਕਰਕੇ ਅਸੀਂ ਕਹਿ ਸਕੀਏ ਵੀ ਇਹ ਇਫੈਕਟਿਵ ਆ। ਵਾਓ, ਇਸੇ ਕਰਕੇ ਜਾਣੀ ਇਹ ਕਨਫਿਊਜ਼ਨ ਆ ਵੀ ਹੁਣ ਜਦੋਂ ਇਹ ਬਾਰਡਰ ਖੁੱਲਣ ਜਾ ਰਿਹਾ 2-3 ਹਫ਼ਤਿਆਂ ਬਾਅਦ, ਵੀ ਉਹਦੇ ਵਿੱਚ ਜੇ ਉਹਨਾਂ ਨੇ ਕਿਹਾ ਵੀ ਵੈਕਸੀਨੇਸ਼ਨ ਹੋਈ ਹੋਣੀ ਚਾਹੀਦੀ, ਦੋਨੇ ਟੀਕੇ ਲੱਗੇ ਹੋਣੇ ਚਾਹੀਦੇ, ਫਿਰ ਸਵਾਲ ਹੈ ਜੀ ਵੀ ਕਿਹੜੀ ਵੈਕਸੀਨ ਲੱਗੀ ਹੋਈ ਜਾਣੀ। ਜਿਨ੍ਹਾਂ ਨੂੰ ਦੋਨੇ ਹੀ ਸੇਮ ਵੈਕਸੀਨ ਦੇ ਟੀਕੇ ਲੱਗੇ ਉਹਨਾਂ ਦੀ ਕੋਈ ਪ੍ਰੋਬਲਮ, ਪਰ ਜਿਨ੍ਹਾਂ ਨੂੰ ਜਾਣੀ ਕਿ ਮਿਕਸ ਲੱਗੀ ਆ, ਸਾਡੇ ਪ੍ਰਾਈਮ ਮਿਨਿਸਟਰ ਉਹਦੇ ਵਿੱਚ ਸ਼ਾਮਲ ਹੈ ਵੀ ਉਹਨਾਂ ਨੇ ਇੱਕ ਲਵਾ ਲਈ ਐਸਟਰਾਜ਼ੈਨੇਕਾ, ਦੂਜੀ ਲਵਾ ਲਈ ਮੋਡਰਨਾ, ਔਰ ਲੋਕਾਂ ਨੂੰ ਇਨਕਰੇਜ ਕੀਤਾ ਜਾ ਰਿਹਾ ਸੀ ਵੀ ਲਵਾਓ ਮਿਕਸ ਐਂਡ ਮੈਚ, ਕੋਈ ਇਹਦੇ ਵਿੱਚ ਫਰਕ ਨਹੀਂ ਹੈ। ਅੱਛਾ, ਵੀ ਹੁਣ ਐਸਟਰਾਜ਼ੈਨੇਕਾ ਤੇ ਜਾਣੀ ਬਾਲੇ ਕੁਐਸਚਨ ਉੱਠਦੇ ਰਹਿੰਦੇ ਆ ਵੀ ਜਿਹਨਾਂ ਨੇ ਐਸਟਰਾਜ਼ੈਨੇਕਾ ਇੱਕ ਡੋਜ਼ ਲਵਾ ਲਈ, ਦੂਜੀ ਉਹਨਾਂ ਨੇ ਫਾਈਜ਼ਰ ਲਵਾ ਲਈ ਜਾਂ ਮੋਡਰਨਾ ਲਵਾ ਲਈ। ਸੋ ਇਸ ਕਰਕੇ ਇਹਦੇ ਬਾਰੇ ਵੈਸੇ ਨਾ ਪਿੱਛੇ ਰੂਬੀ ਸੋਹਤਾ ਹੋਣਾ ਨਾਲ ਵੀ ਮੇਰੀ ਗੱਲ ਹੋਈ ਸੀਗੀ ਐਕਚੁਅਲੀ, ਜਦੋਂ ਜਾਣੀ ਕਿ ਮਿਕਸ ਐਂਡ ਮੈਚਿੰਗ ਇਹ ਚੱਲੇ ਹੀ ਰਹੀ ਸੀ ਹੱਲੇ ਜੀ। ਉਹਨਾਂ ਨਾਲ ਤਾਂ ਮੇਰਾ ਇਹ ਸਵਾਲ ਵੀ ਹੋਇਆ ਸੀਗਾ ਵੀ ਪ੍ਰਾਈਮ ਮਿਨਿਸਟਰ ਫਿਰ US ਜਾ ਸਕਦੇ ਕਿ ਨਹੀਂ, ਹੈ ਨਾ। ਤੇ ਲੇਕਿਨ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੈ ਜੀ ਵੀ ਅਜੇ ਇਹ ਖਤਰੇ ਦੀ ਤਲਵਾਰ ਕਹਿ ਲਓ ਵੀ ਲਟਕਦੀ ਜ਼ਰੂਰ ਆ, ਤੇ ਪਰ ਫੈਸਲਾ ਨਹੀਂ ਉਹਨਾਂ ਨੇ ਕੀਤਾ ਵੀ ਇਹ ਹਰ ਤਰ੍ਹਾਂ ਦੀ ਮਿਕਸ ਐਂਡ ਮੈਚਿੰਗ ਨੂੰ ਅਲਾਓ US ਨੇ ਕਰਨਾ ਕਿ ਨਹੀਂ ਜੀ। ਕੁੱਲ ਮਿਲਾ ਕੇ ਸਾਡੇ ਇੱਥੇ ਜਾਣੀ ਕਿ ਵੀ 10% ਹੈਗੀ ਆ ਪਾਪੂਲੇਸ਼ਨ ਐਲੀਜੀਬਲ ਜਿਹਨਾਂ ਨੂੰ ਕਿ ਇਹ ਮਿਕਸ ਐਂਡ ਮੈਚਿੰਗ ਡੋਜ਼ਸ ਲੱਗੀਆਂ ਹੋਈਆਂ, ਜਿਹਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਸ਼ਾਮਲ ਨੇ। ਅੱਛਾ, ਹੁਣ ਵੀ ਉਹ ਵੀ ਮਤਲਬ ਜਿਹੜੇ ਹੁਣ 90% ਨੂੰ ਟੀਕੇ ਲੱਗ ਗਏ ਆ, ਉਹਦੇ ਵਿੱਚ 10% ਮਿਕਸ ਮੈਚਿੰਗ ਵਾਲੇ ਆ, ਵੀ ਹੁਣ US ਦਾ ਬਾਰਡਰ ਖੁੱਲਦਾ ਤੇ 80% ਹੀ ਉਹਨਾਂ ਜਾ ਸਕਣਗੇ ਕਿ ਜਾਂ ਉਹ 10% ਹੀ ਜਾ ਸਕਣਗੇ ਜੀ। ਇਹਦੇ ਬਾਰੇ ਜਿਹੜਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਬਾਕੀ ਪਲੈਨਿੰਗ ਚੱਲ ਰਹੀ ਆ, ਕੋਈ ਨਾ ਕੋਈ ਪੋਜ਼ਿਟਿਵ ਨਿਊਜ਼ ਆਉਣ ਦੀ ਸੰਭਾਵਨਾ ਆ। ਸੋ ਬਿਲਕੁਲ ਰਿਜੈਕਟ ਨਹੀਂ ਕੀਤਾ ਜਾ ਰਿਹਾ ਵੀ ਜਿਨ੍ਹਾਂ ਨੇ 2 ਵੱਖ-ਵੱਖ ਵੈਕਸੀਨਸ ਦੇ ਟੀਕੇ ਜਿਹੜੇ ਲਵਾਏ ਆ ਵੀ ਉਹ US ਜਾਣ ਲਈ ਲੋਕ ਐਲੀਜੀਬਲ ਨਹੀਂ ਹੋਣਗੇ। ਪਰ ਇਹਦੇ ਵਾਸਤੇ ਜਿਹੜੀ ਗੁੱਡ ਨਿਊਜ਼ ਆ ਉਹ ਸਾਨੂੰ ਵੇਟ ਕਰਨੀ ਚਾਹੀਦੀ ਆ, ਕਿਉਂਕਿ ਅਮਰੀਕਨ ਜਿਹੜੇ ਸੀਨੀਅਰ ਸਰਜਨਸ ਜਾਂ ਡਾਕਟਰਸ ਵੀ ਹੈਗੇ ਆ ਉਹ ਵੀ ਇਸ ਗੱਲ ਨੂੰ ਨਕਾਰ ਨਹੀਂ ਰਹੇ ਵੀ ਜਿਹੜਾ ਇਹ ਮਿਕਸ ਐਂਡ ਮੈਚ ਦੀ ਡੋਜ਼ਸ ਹੈਗੀਆਂ ਵੀ ਜਿਹੜੀਆਂ ਇਹ ਕੰਮ ਨਹੀਂ ਕਰਦੀਆਂ। ਬਟ ਦੂਸਰੇ ਪਾਸੇ ਇਹਦੇ ਬਾਰੇ ਜਿਹੜਾ ਸਪਸ਼ਟ ਕਲੀਅਰ ਐਡਵਾਈਸ CDC ਜਿਹੜੇ ਉਹਨਾਂ ਦੇ CDC ਹੈਗੇ ਉਹ ਲਾਉਣੀ ਹੈ ਬਾਕੀ ਹੈ। ਜੌਲ ਸਾਹਿਬ, ਆਪਾਂ ਗੱਲਬਾਤ ਕਰੀਏ ਹੁਣ ਇੱਕ ਬਹੁਤ ਹੀ let's just say crucial topic ਇਸ ਨੂੰ ਲੈ ਕੇ, as you know, is LMIA, ਪਰੰਤੂ ਕਈ ਲੋਕ ਇਹ ਸੋਚਦੇ ਨੇ ਕਿ ਅਸੀਂ ਪੁੰਨ ਕਰ ਦਈਏ ਕਿਸੇ ਦਾ, ਐਂਡ ਪੁੰਨ ਦੇ ਵਿੱਚ ਵੀ ਫਲੀਆਂ ਵੀ ਲੈ ਲੈਂਦੇ ਨੇ ਕਈ ਲੋਕ, ਐਂਡ ਇਹ ਪੁੰਨ ਦਾ ਕੰਮ ਤਾਂ ਚਲੋ ਕਰਨਾ ਚਾਹੀਦਾ, ਬਟ ਉਹ ਪੁੰਨ ਕਰੋ ਜਿਹੜਾ ਤੁਹਾਡੇ ਦਿਲ ਨੂੰ ਵੀ ਚੰਗਾ ਲੱਗੇ ਐਂਡ ਸਾਫ਼ ਹੋਵੇ ਐਂਡ ਕਿਸੇ ਨੂੰ ਠੱਗੀ ਠੋਰੀ ਦੇ ਵੱਲ ਨਾ ਹੋਵੇ। ਸੋ ਸੈਲਿੰਗ ਲੈਟਰਸ ਟੂ ਜਿਹੜੇ ਰੈਫਿਊਜੀ ਆਏ ਨੇ ਜਾਂ ਰੈਫਿਊਜੀ ਹੈ ਇੱਥੇ, ਉਹ ਵੀ ਇੱਕ ਸੇਮ ਗੁਨਾਹ ਆ ਜਿੱਦਾਂ LMI ਹੈ। ਅਰਸ਼ੇ, ਤੁਸੀਂ ਬਹੁਤ ਵਧੀਆ ਜਿਹੜਾ ਵਿਚਾਰ ਆ ਇਹ ਪੇਸ਼ ਕੀਤਾ ਸੰਗਤ ਦੀ ਸੇਵਾ ਦੇ ਵਿੱਚ, ਕਿਉਂਕਿ ਜਿਹੜੀ ਹੁੰਦੀ ਮਦਦ ਨਾ ਸਹਾਇਤਾ ਉਹ ਨਿਸ਼ਕਾਮ ਹੁੰਦੀ ਆ, ਯਾਨੀ ਕਿ ਜਿਹਦੀ ਆਪਾਂ ਸੇਵਾ ਭੈਣ ਭਰਾ ਦੀ ਕਰਦੇ ਹਾਂ, ਉਹਦੀ ਮਦਦ ਕਰਦੇ ਹਾਂ, ਸਹਾਇਤਾ ਕਰਦੇ ਹਾਂ, ਉਹਦੇ ਕੋਲੋਂ ਕਿਸੇ ਮੁੱਲ ਦੀ ਆਸ ਨਹੀਂ ਰੱਖਦੇ ਜੀ। ਹੁਣ ਜਿਹੜਾ ਲੋੜਵੰਦ ਆ ਨਾ ਅਰਸ਼, ਉਹਨੇ ਤਾਂ ਆਪਣੀ ਲੋੜ ਪੂਰੀ ਕਰਨੀ ਆ, ਉਹ ਦਰ ਧੱਕੇ ਖਾਊ,
ਜੇ ਉਹਦੀ ਕੋਈ ਨਿਸ਼ਕਾਮ ਮੁਫਤ ਵਿੱਚ ਸਹਾਇਤਾ ਕਰ ਦੂ, ਉਹ ਉਮਰ ਭਰ ਵਾਸਤੇ ਉਹਦੇ ਸ਼ੁਕਰਗੁਜ਼ਾਰ ਰਹਿਣਗੇ, ਤਾਂ ਉਹ ਉਦਾਂ ਕਰ ਲੈਣਗੇ ਜੀ। ਪਰ ਜੇ ਹੁਣ ਜਾਣੀ ਉਹਦੇ ਲਈ ਕੋਈ ਰਾਹ ਹੀ ਨਹੀਂ ਛੱਡਿਆ ਜਾਊਗਾ ਵੀ ਉਹ ਮੁਫਤ ਵਿੱਚ ਕਿਤੋਂ ਆਪਣਾ ਕੰਮ ਜਿਹੜਾ ਉਹਨੂੰ ਲੋੜ ਆ ਵੀ ਉਹ ਕਰਵਾ ਸਕੇ, ਤੇ ਫਿਰ ਤੇ ਉਹਨੂੰ ਜਾਣੀ ਉਸੇ ਰਾਹ ਤੇ ਤੁਰਨ ਨੂੰ ਮਜਬੂਰ ਕੀਤਾ ਜਾਵੇ ਵੀ ਇੰਨੇ ਇੱਥੇ ਰੱਖ ਦੇ ਤੇ ਹੋ ਜਾਊਗਾ, ਨਹੀਂ ਤੇ ਨਹੀਂ ਹੋ ਜਾਊਗਾ। ਉਹਦੇ ਵਿੱਚ ਫਿਰ ਭੈਣ ਭਰਾ ਸੋਚਦਾ ਚਲੋ ਇੰਨੇ ਦੇ ਕੇ ਫਾਹਾ ਵੱਢੋ ਵੀ ਆਪਣਾ ਕੰਮ ਤੇ ਹੋ ਜਾਊਗਾ ਨਾ ਜੀ। ਇਹੀ ਜਾਣੀ ਕਿ ਇਹ LMIA ਦੀ ਸੇਲ ਪਰਚੇਜ਼ ਦੇ ਵਿੱਚ ਆ, ਜਿਹੜੇ ਲੋਕ ਖਰੀਦਦਾਰਾਂ ਦਾ ਨੁਕਸ ਕੱਢਦੇ ਆ ਉਹਨਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ, ਕਿਉਂਕਿ ਜਦੋਂ ਉਹ ਖਰੀਦਦਾਰਾਂ ਵਾਸਤੇ ਹੋਰ ਕੋਈ ਰਾਹ ਹੀ ਨਹੀਂ ਛੱਡਣਾ ਕਰਪਟ ਲੋਕਾਂ ਨੇ, ਤੇ ਖਰੀਦਦਾਰ ਵਿਚਾਰਾ ਕਿਹੜੇ ਖੂਚ ਡਿੱਗੂਗਾ। ਬਿਲਕੁਲ ਬਿਲਕੁਲ। ਸੋ ਇਸ ਕਰਕੇ ਸੁਧਾਰ ਉੱਥੋਂ ਹੋਣ ਦੀ ਲੋੜ ਆ ਵੀ ਇਹ LMIਆਂ ਵੇਚਣ ਵਾਲਿਆਂ ਦੀ ਲੁੱਟਮਾਰ ਦਾ ਨੁਕਸ ਜਿਹੜਾ ਹੈਗਾ, ਤੇ ਦੂਸਰੇ ਪਾਸੇ ਸਰਕਾਰ ਦੇ ਸਿਸਟਮ 'ਚ ਤੇ ਹੈ ਹੀ ਆ ਜਿਹਨੂੰ ਵਰਤ ਕੇ ਲੁੱਟਮਾਰ ਚੱਲ ਰਹੀ ਆ, ਉਹਦੇ ਤੇ ਚਲੋ ਆਪਾਂ ਕੰਮ ਕੀਤਾ 4 ਸਾਲ, ਹੁਣ ਉਹ ਲਾਅ ਬਦਲ ਗਿਆ, ਅਗਲੇ ਸਾਲ ਉਹ ਇੰਪਲੀਮੈਂਟ ਵੀ ਹੋ ਜਾਣਾ। ਪਰ ਦੂਸਰੇ ਪਾਸੇ ਇਹ ਆ ਜੀ ਵੀ ਇਸੇ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਵੀ ਜੋਬ ਲੈਟਰਸ LMIA ਤੋਂ ਬਾਅਦ ਫਿਰ ਨਾ ਜੋਬ ਲੈਟਰ ਵੇਚਣ ਦੀ ਗੱਲ ਆਉਣ ਲੱਗ ਗਈ, ਉਹਦੇ ਵਾਸਤੇ ਜਾਣੀ ਕਿ ਆਕੜ ਕੇ ਦਿਖਾਣਾ ਇੰਪਲੋਈ ਨੂੰ ਜਾਂ ਉਹਨਾਂ ਤੇ ਭਾਰਾਂ ਤੇ ਪੈਣਾ ਜੀ। ਏਦਾਂ ਹੀ ਫਿਰ ਇਹਦੇ ਵਿੱਚ ਜਿਹੜਾ ਦਹਾਕਿਆਂ ਤੋਂ ਇੱਕ ਹੋਰ ਬੜਾ ਵੱਡਾ ਫਰਾਡ ਚੱਲ ਰਿਹਾ, ਉਹ ਹੈਗਾ ਸਿੱਖ ਸੰਗਤਾਂ ਨੂੰ, ਲੋੜਵੰਦਾਂ ਨੂੰ, ਜਾਣੀ ਕਿ ਸਿੱਖਾਂ ਵੱਲੋਂ ਉਹਨਾਂ ਦੀ ਆਪਣੀ ਹੀ ਪੰਥਕ ਕਹੋਂਦੀ ਪਾਰਟੀ ਦੇ ਵੱਲੋਂ ਚਿੱਠੀਆਂ ਵੇਚਣਾ। ਉਹ ਚਿੱਠੀਆਂ ਚ ਬਹੁਤ ਮਹਿੰਗੇ ਮੁੱਲ ਤੇ ਵੇਚਣਾ, ਮਨ ਮਰਜ਼ੀ ਦੀਆਂ ਪ੍ਰਾਈਸਾਂ ਤੇ ਵੇਚਣਾ, ਔਰ ਉਹ ਚਿੱਠੀ ਉੱਥੋਂ ਵੇਚਣਾ ਸਾਹਿਬਜ਼ਾਦਿਆਂ ਦਾ ਅਸਥਾਨ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣਾ ਮੁੱਖ ਦਫ਼ਤਰ ਖੋਲ ਕੇ, ਮੁੱਖ ਦਫ਼ਤਰ ਖੋਲ ਕੇ। ਅੱਛਾ, ਮੈਂ ਸਮਝਦਾ ਜੀ ਵੀ ਜੇ ਆਪਾਂ ਸੰਗਤ ਦੀ ਸਹਾਇਤਾ ਕਰ ਰਹੇ ਹਾਂ, ਜੇ ਆਪਾਂ ਸੰਗਤ ਦੀ ਸੇਵਾ ਕਰ ਰਹੇ ਹਾਂ, ਤੇ ਸੰਗਤ ਆਪਣੀ ਮਰਜ਼ੀ ਨਾਲ ਕੋਈ ਮੱਥਾ ਟੇਕਦੇ ਉਹ ਤਾਂ ਗੱਲ ਮੰਨੀ, ਪਰ ਜੇ ਹੁਣ ਵੀ ਅਸੀਂ ਜ਼ਿਲ੍ਹਾ ਜਥੇਦਾਰਾਂ ਦੇ ਇੰਨੇ ਰੱਖ ਲਏ ਜੀ, ਮੁੱਖ ਦਫ਼ਤਰ ਦੇ ਇੰਨੇ ਰੱਖ ਲਏ ਜੀ, ਇੰਨੇ 50,000 ਇੱਥੇ ਰੱਖ ਦਿਓ ਜੀ, ਇਹ ਕਿਹੜੀ ਸੇਵਾ ਆ? ਰਾਈਟ। ਤੇ ਜੇ ਦੇਸ਼ ਬਣਾਉਣ ਤੋਂ ਪਹਿਲਾਂ ਸਾਡਾ ਇਹ ਹਾਲ ਆ, ਤੇ ਦੇਸ਼ ਬਣਾ ਕੇ ਅਸੀਂ ਸੰਗਤ ਨੂੰ ਕਿਹੜੇ ਖੂਹ 'ਚ ਸਿੱਟਾਂਗੇ, ਕਿਹੜਾ ਜ਼ੁਲਮ ਨਹੀਂ ਕਰਾਂਗੇ, ਕਿਹੜਾ ਅਫਗਾਨਿਸਤਾਨ ਅਸੀਂ ਨਹੀਂ ਸਿਰਜਾਂਗੇ। ਫਿਰ ਦੇਸ਼ ਬਣਾਉਣ ਤੋਂ ਪਹਿਲਾਂ ਹੀ ਸਾਡਾ ਇਹ ਹਾਲ ਆ ਵੀ ਅਸੀਂ ਲੁੱਟਮਾਰ ਪੂਰੀ ਜ਼ੋਰਾਂ ਤੇ ਰੱਖੀ ਹੋਈ ਆ। ਸੋ ਇਸ ਕਰਕੇ ਲੇਕਿਨ ਕਿ ਇਹ ਹੈ ਜੀ ਵੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜੋਬ ਲੈਟਰ ਸੈੱਲ ਕਰਨਾ, LMIA ਸੈੱਲ ਕਰਨਾ, ਰੈਫਿਊਜੀ ਨੂੰ ਉਹਦੇ ਕੇਸ ਦੇ ਵਾਸਤੇ ਜੇ ਚਿੱਠੀ ਦੀ ਲੋੜ ਆ ਉਹ ਰੈਫਰੈਂਸ ਲੈਟਰ ਦੇਣਾ, ਕਹਿਣ ਦਾ ਮਤਲਬ ਸੈੱਲ ਕਰਨਾ, ਕੋਈ ਕੈਟਾਗਰੀ ਦੇ ਕੈਨੇਡੀਅਨ ਕਾਨੂੰਨ ਦੇ ਵਿੱਚ ਇਹ ਅਪਰਾਧ ਹੈਗੇ ਆ, ਦੇ ਵਿੱਚ ਵੀ ਹੈਗੇ, ਕਿਉਂਕਿ ਇਹ ਵਰਤਾਰਾ US 'ਚ ਵੀ ਬੜਾ ਚੱਲ ਰਿਹਾ, ਯੂਰਪ ਵਿੱਚ ਵੀ ਬੜਾ ਚੱਲ ਰਿਹਾ ਰੈਫਿਊਜੀਆਂ ਨੂੰ ਚਿੱਠੀਆਂ ਵੇਚਣ ਦਾ ਉਸ ਪਾਰਟੀ ਦੇ ਵੱਲੋਂ। ਪਰ ਹੈਰਾਨੀ ਦੀ ਗੱਲ ਅਰਸ਼ ਇਹ ਆ, ਤੁਹਾਡੇ ਡੈਡ ਵੀ ਸਹਿਮਤ ਹੋਣਗੇ ਵੀ ਲੋੜਵੰਦਾਂ ਨੂੰ ਇਹ ਚਿੱਠੀਆਂ ਮੁਫਤ ਦਈਏ ਤੇ ਸਹਾਇਤਾ ਤੇ ਸੇਵਾ ਹੈ, ਪਰ ਇੱਕ ਪੰਥਕ ਕਹਾਉਣ ਵਾਲੀ ਪਾਰਟੀ ਦੇ ਆਗੂਆਂ ਵੱਲੋਂ ਪੰਥਕ ਝੋਲੇ ਪਾ ਕੇ ਚਿੱਠੀਆਂ ਦਹਾਕਿਆਂ ਤੋਂ ਵੇਚੀਆਂ ਜਾ ਰਹੀਆਂ, ਪਰ ਅਣਖੀ ਸਿੱਖ ਸਭ ਕੁਝ ਜਾਣਦਿਆਂ ਹੋਇਆ ਚੁੱਪ ਆ, ਦੜ ਵੱਟ ਚੁੱਪ। ਬੜੀ ਕਮਾਲ ਦੀ ਆ ਇਹ, ਹੈਰਾਨਕੁਨ ਹੈ। ਸੋ ਮੈਂ ਹੈਰਾਨ ਆ ਵੀ ਅਸੀਂ ਬੜੀ ਇਨਸਾਫ ਪਸੰਦ ਕੌਮ ਆ, ਤੇ ਆਪਣੀ ਪੰਥਕ ਪਾਰਟੀ ਦੇ ਵੱਲੋਂ ਹੀ ਆਪਣੀਆਂ ਸੰਗਤਾਂ ਨੂੰ ਜਿਹੜਾ ਲੁੱਟਿਆ ਜਾ ਰਿਹਾ, ਮੁਫਤ ਚਿੱਠੀ ਉਹ ਦੇ ਸਕਦੇ ਜੇ ਚਾਹਣ ਤਾਂ, ਐਡੀ ਕਿਹੜੀ ਗੱਲ ਆ? ਸਹਾਇਤਾ ਹੀ ਕਰਨੀ ਹੈ ਤੇ ਕਰੋ ਨਾ। ਸੋ ਇਸ ਕਰਕੇ ਲੇਕਿਨ ਕਿ ਵੀ ਜਿਹੜਾ ਇਹ ਹਰ ਤਰ੍ਹਾਂ ਦੀ ਜਿਹੜੀ ਵੀ ਗੈਰਤਮੰਦ ਜਾਂ ਅਸੀਂ ਜੁਰਤ ਵਾਲੇ ਬੜੇ ਆ ਜੀ, ਅਸੀਂ ਅਣਖੀ ਕੌਮ ਬੜੇ ਆ, ਪਰ ਇਸ ਬੇਈਮਾਨੀ ਵਾਲੇ ਮੁੱਦੇ ਤੇ ਜਿਹੜੀ ਕੌਮ ਚੁੱਪਿਆ ਨਾ ਜੀ, ਅਸੀਂ ਆਪ ਲੋਕ ਚੁੱਪਿਆ, ਇਹਦੇ ਤੇ ਮੈਨੂੰ ਬੜੀ ਹੈਰਾਨੀ ਹੈ। ਸਾਡੇ ਨਾਲ ਇੱਕ ਕਾਲਰ ਨੇ ਜੀ, ਅਸੀਂ ਵਾਈਂਡ ਅਪ ਕਰਦੇ ਹਾਂ, ਲਾਸਟ ਕਾਲ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਹਾਂਜੀ ਮੈਂ ਜੀ ਆਪਣਾ ਜੌਲ ਸਾਹਿਬ ਸਤਿ ਸ਼੍ਰੀ ਅਕਾਲ ਬੁਲਾਉਂਦਾ। ਜੌਲ ਸਾਹਿਬ ਉਹਦੇ LMIA ਦੀ ਗੱਲ ਕਰ ਰਹੇ ਸੀ। ਥੋੜਾ ਵੀਰੇ ਮਾਈਕ ਦੇ ਲਾਗੇ ਆ ਜਾਵੇ, ਤੁਹਾਡੀ ਆਵਾਜ਼ ਬਹੁਤ ਦੂਰ ਤੱਕ ਆ ਰਹੀ ਹੈ ਜੀ। ਮੇਰੇ ਟਰੱਕ ਦੇ ਵਿੱਚ ਸੀਗਾ, ਹੁਣ ਆਵਾਜ਼ ਸਹੀ ਆ ਰਹੀ ਹੈ? ਹਾਂਜੀ ਹਾਂਜੀ, ਬੋਲੋ ਜੀ, ਬੋਲੋ ਜੀ। ਮੈਂ ਕਹਿ ਸੀਗਾ ਜੀ ਹੁਣੇ ਜੌਲ ਸਾਹਿਬ LMIA ਦੀ ਗੱਲ ਕਰ ਰਹੇ ਸੀਗੇ, ਔਰ ਟਿਕਟੌਕ ਦੇ ਵਿੱਚ ਜੀ ਉਹ ਇੱਕ RCIC ਏਜੰਟ ਹੈ, ਉਹਦੇ ਸ਼ਰੇਆਮ ਹੀ ਗੱਲ ਕਰਦਾ ਜੀ, LMIA ਦੀ ਗੱਲ ਕਰਦਾ, ਤੇ ਉਹਨਾਂ ਦਾ ਨਹੀਂ। ਦੇਖੋ ਮੇਰੀ ਗੱਲ ਸੁਣੋ, ਇੱਥੇ ਰੋਕੋ ਅਰਸ਼ ਇਹਨਾਂ ਨੂੰ। ਜੀ 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 ਜੀ। ਆਪਾਂ ਭਾਈ ਸਾਹਿਬ ਤੁਹਾਡਾ ਬੜਾ ਸਤਿਕਾਰ ਹੈ, ਆਪਾਂ ਰੇਡੀਓ ਤੇ ਇਦਾਂ ਨਹੀਂ ਕਿਸੇ ਨੂੰ ਕੁਝ ਕਹਿ ਸਕਦੇ। ਜੇ ਤੁਹਾਡੇ ਕੋਲ ਹੈ ਨਾ ਕ੍ਰੈਡੀਬਲ ਇਨਫੋਰਮੇਸ਼ਨ, ਸਾਡੇ ਕੋਲ ਸਾਰੇ ਮੈਂ ਉਹੀ ਯੈਸ 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 ਅਸੀਂ ਇਦਾਂ ਰੇਡੀਓ ਤੇ ਨਹੀਂ ਕੁਝ ਵੀ ਕਹਿਣਾ, ਨਾ ਇਦਾਂ ਇਹ ਮਸਲੇ ਹੱਲ ਹੋਏ ਆ ਨਾ ਹੋਣੇ ਆ, ਇਹ ਵਧੇ ਹੀ ਆ ਰੇਡੀਓ ਤੇ ਇਦਾਂ ਦੀਆਂ ਕਹਾਣੀਆਂ ਗੱਲਾਂ ਨਾਲ ਜੀ। ਸਾਡੀ ਬੇਨਤੀ ਆ ਵੀ ਆਪਣੀ ਕ੍ਰੈਡੀਬਲ ਇਨਫੋਰਮੇਸ਼ਨ ਨਾਲ ਰਿਪੋਰਟ ਕਰਨ ਦਾ। ਇਹ ਦੇਖੋ ਅਰਸ਼, ਦੁਨੀਆ ਦੇ ਵਿੱਚ ਨੰਬਰ 1 ਦੇਸ਼ ਕਿਉਂ ਸੀਗਾ? ਨੰਬਰ 1 ਦੇਸ਼ ਸੀਗਾ ਰੂਲ ਫੋਲੋ ਕਰਨ ਵਾਲੇ ਲੋਕਾਂ ਕਰਕੇ ਜੀ। ਐਵੇਂ ਕਹਾਣੀਆਂ ਇੱਧਰ ਉੱਧਰ ਦੀਆਂ ਔੜਦੀਆਂ ਭਦੌੜ ਮਾਰਨ ਵਾਲੇ ਲੋਕਾਂ ਕਰਕੇ ਨਹੀਂ ਸੀ, ਰੂਲ ਫੋਲੋ ਕਰਨ ਵਾਲੇ ਲੋਕਾਂ ਕਰਕੇ ਸੀ। ਦੂਸਰਾ, ਜਰਾ ਕ ਆਂਢ ਗੁਆਂਢ ਕੋਈ ਰੂਲ ਫੋਲੋ ਨਾ ਕਰੇ, ਉਸੇ ਵੇਲੇ ਗੁਆਂਢੀ ਰਿਪੋਰਟ ਕਰਦਾ ਜੀ। 311 ਕਾਲ ਹੈ ਜੀ, 911 ਕਾਲ ਹੈ ਜੀ, ਸਭ ਕੁਝ ਹੱਥ ਵਿੱਚ ਆ। ਕੈਨੇਡੀਅਨ ਸਿਸਟਮ ਆ, ਇਹ ਵਰਕ ਕਰਦਾ। ਪਰ ਜਦੋਂ ਅਸੀਂ ਉਸ ਸਿਸਟਮ ਨੂੰ ਨਾ ਯੂਜ਼ ਕਰਨਾ, ਨਾ ਉਹਦੀ ਸਪੋਰਟ ਕਰਨੀ, ਤੇ ਰਾਮ ਕਹਾਣੀਆਂ ਸੁਣਾਈ ਜਾਣੀਆਂ। ਰਾਈਟ। ਸਾਰੇ ਕਰਦੇ, ਹਰੇਕ ਕਰਦੇ, ਮੈਨੂੰ ਪਤਾ ਜੀ, ਇੱਕ ਕਰਦਾ, ਫਲਾਨਾ ਟੋਲਾ ਐ ਕਰਦਾ, ਇਹ ਕੋਈ ਗੱਲ ਥੋੜ੍ਹਾ ਬਣੀ।
ਗੱਲ ਕਰੋ ਸਿੱਧੀ ਵੀ ਆਹ ਵਿਅਕਤੀ ਆ, ਇਹ ਮੇਰੀ ਇਨਫੋਰਮੇਸ਼ਨ ਸੱਚੀ ਆ, ਝੂਠੀ ਨਹੀਂ ਹੈਗੀ, ਮਨ ਘੜਤ ਨਹੀਂ ਹੈਗੀ। ਤੇ ਦੂਸਰੇ ਪਾਸੇ ਇਹ ਆ ਵੀ ਸਬੂਤ ਕਿਸੇ ਦੀ ਲੋੜ ਕੋਈ ਨਹੀਂ, ਸਬੂਤ ਸਿਸਟਮ ਨੇ ਆਪ ਜੁਟਾਉਣਾ। ਬਿਲਕੁਲ ਜੀ, ਬਿਲਕੁਲ ਜੀ। ਕਿਸੇ ਸਬੂਤ ਦੀ ਲੋੜ ਨਹੀਂ, ਪਰ ਤੁਹਾਡੀ ਇਨਫੋਰਮੇਸ਼ਨ ਮਨ ਘੜਤ ਨਾ ਹੋਵੇ। ਜੇ ਤੁਸੀਂ ਕੈਨੇਡੀਅਨ ਸਿਰਫ ਪਾਸਪੋਰਟ ਵਿੱਚ ਹੀ ਨਹੀਂ ਬਣੇ, ਦਿਮਾਗ ਵਿੱਚ ਵੀ ਕੈਨੇਡੀਅਨ ਬਣ ਗਏ ਹੋ, ਤੇ ਕੈਨੇਡਾ ਨੂੰ ਸੰਭਾਲਣਾ ਤੁਹਾਡੀ ਰਿਸਪੌਂਸਿਬਿਲਿਟੀ ਆ ਹਰੇਕ ਦੀ ਜੀ। ਇਹ ਪੁਲਿਸਾਂ ਨੇ, ਇੰਸਪੈਕਟਰਾਂ ਨੇ, ਇਨਫੋਰਸਮੈਂਟ ਨੇ ਹਰ ਦਫ਼ਤਰ, ਹਰ ਘਰ ਵਿੱਚ ਆ ਕੇ ਨਹੀਂ ਬਹਿ ਜਾਣਾ ਵੀ ਇਹ ਕੰਮ ਇੱਥੇ ਸਹੀ ਚੱਲੇ। ਤੁਹਾਡੀਆਂ ਸਾਰੇ ਨਾਲੇ ਹਰ ਸਿਟੀਜ਼ਨ ਆ ਜਿਹੜਾ ਰੈਜ਼ੀਡੈਂਟ ਆ ਉਹ ਸਪੋਰਟ ਕਰਦਾ ਸਿਸਟਮ ਨੂੰ ਵੀ ਇੱਥੇ ਆ ਬੇਈਮਾਨੀਆਂ ਲੁੱਟਾਂ ਮਾਰਾਂ ਚੱਲ ਰਹੀਆਂ, ਇਹ ਦੇਖੋ ਕੀ ਗੱਲ ਆ। ਫਿਰ ਉਹ ਦੇਖਦੇ ਵੀ ਆ। ਅਸੀਂ ਦੇਖਿਆ ਜਿਨ੍ਹਾਂ ਦੀਆਂ ਰਿਪੋਰਟਾਂ ਹੋਈਆਂ, ਜਦੋਂ ਉਹਨਾਂ ਦੇ ਲਾਇਸੈਂਸ ਦੀ ਰੀੜ ਦੀ ਹੱਡੀ 6 ਮਹੀਨਿਆਂ 'ਚ ਉਹਨਾਂ ਨੂੰ ਟੁੱਟਦੀ ਮੁਰੜਦੀ ਦਿਸੀ, ਸਿੱਧੇ ਰਾਹ ਤੇ ਆ ਗਏ ਲੋਕ। ਜੇ 1000 ਬੰਦਾ ਗਲਤ ਕੰਮ ਕਰ ਰਿਹਾ, ਉਹਨਾਂ 'ਚੋਂ 5 ਵੀ ਕਨਵਿਕਟ ਹੋ ਜਾਣ, 5 ਵੀ ਰਿਪੋਰਟ ਹੋ ਜਾਣ, ਬਾਕੀ 995 ਆਪ ਸਿੱਧੇ ਰਾਹ ਤੇ ਆਊਗਾ। ਬਿਲਕੁਲ। ਸੋ ਇਸ ਕਰਕੇ ਮੇਰੇ ਭੈਣ ਭਰਾਓ, ਤੁਸੀਂ ਰੌਲਾ ਪਾਈ ਜਾਂਦੇ ਹੋ ਕੈਨੇਡਾ ਦਾ ਸੱਤਿਆਨਾਸ਼ ਹੋ, ਪਰ ਤੁਹਾਡੇ ਸਾਹਮਣੇ ਰਿਹਾ, ਤੁਸੀਂ ਕਰ ਕੁਛ ਨਹੀਂ ਰਹੇ ਗੱਲਾਂ ਤੋਂ ਵੱਧ। ਸਿਸਟਮ ਬੜਾ ਸਮਰੱਥ ਹੈ, ਇਹਦਾ ਜੇ ਸਾਥ ਦਈਏ ਤੇ ਕੈਨੇਡਾ ਰਹਿ ਸਕਦਾ। ਇਹ ਰੇਡੀਓ ਟੈਲੀਵਿਜ਼ਨਾਂ ਤੇ ਆਪਾਂ ਸਿਰਫ ਗੱਲਾਂ ਨਹੀਂ, ਹੈ ਨਾ, ਆਪਾਂ ਅਸਰਦਾਰ ਤਰੀਕੇ ਨਾਲ ਕੰਮ ਨਹੀਂ ਕਰ ਰਹੇ, ਅਸੀਂ ਜਸਟ ਗੱਲਾਂ ਕਰ ਰਹੇ ਹਾਂ, ਜਿਹਦੇ ਕਰਕੇ ਸਿਸਟਮ ਵਿਗੜਦਾ ਸ਼ਹਿਰਾਂ ਤੋਂ ਪਿੰਡਾਂ ਤੱਕ ਘੁਣ ਵਾਂਗੂ ਕੈਨੇਡਾ ਇਹ ਬੇਈਮਾਨਾਂ ਤੇ ਬੇਈਮਾਨਣੀਆਂ ਨੇ ਖਾ ਲਿਆ ਤੇ ਖਾ ਰਹੇ ਤੇ ਰਹੀਆਂ ਆ ਜੀ। ਤੁਸੀਂ ਸਿਰਫ ਗੱਲਾਂ ਕਰ ਰਹੇ ਹੋ। ਜੇ ਤੁਸੀਂ ਚਾਹੁੰਦੇ ਹੋ ਆਉਣ ਵਾਲੀਆਂ ਨਸਲਾਂ ਤੁਹਾਨੂੰ ਲਾਹਨਤਾਂ ਨਾ ਪਾਉਣ ਵੀ ਤੁਸੀਂ ਉਹਨਾਂ ਵੇਲਿਆਂ 'ਚ ਚੁੱਪ ਰਹੇ, ਕੈਨੇਡਾ ਆਏ ਸੀਗੇ, ਤੁਹਾਨੂੰ ਮੌਕਾ ਮਿਲਿਆ ਸੀ, ਤੁਹਾਡੇ ਸਾਹਮਣੇ ਸਿਸਟਮ ਬਰਬਾਦ ਹੋ ਰਿਹਾ ਸੀ, ਤੁਸੀਂ ਬੋਲੇ ਨਹੀਂ, ਤੁਸੀਂ ਕੁਛ ਕਹੇ ਨਹੀਂ, ਤੁਸੀਂ ਕੀਤਾ ਕਿਉਂ ਕਰਨਾ ਬਣਦਾ। ਸੋ ਜੇ ਕੁਛ ਕਰ ਸਕਦੇ ਹੋ, ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਆ, ਕਿਸੇ ਦਾ ਨੁਕਸਾਨ ਕਰਨਾ ਆਪਣਾ ਕਿਸੇ ਦਾ ਫਰਜ਼ ਨਹੀਂ ਹੈ ਨਾ, ਮਤਲਬ। ਪਰ ਇਹ ਵੀ ਚਾਹੁੰਦੇ ਆ ਸਾਡਾ ਦੇਸ਼ ਵੀ ਬਚਿਆ ਰਹੇ ਜੇ ਚੱਲ ਕੇ ਆਏ ਆ ਤਾਂ। ਇਹ ਥੋੜੋ ਆ ਵੀ ਇੱਕ ਦੇਸ਼ ਅਸੀਂ ਉਜੜ ਕੇ ਉਧਰੋਂ ਇੱਧਰ ਆ ਗਏ, ਇੱਥੇ ਫੇਰ ਉਹ ਜਿਹੇ ਲੋਕ ਮਗਰੋਂ ਜਾਣ ਵਾਲੇ ਆ ਗਏ, ਇੱਥੋਂ ਅਸੀਂ ਫੇਰ ਸਾਡੀਆਂ ਨਸਲਾਂ ਤੁਰ ਪੈਣ ਜੀ। ਇੱਥੇ ਤੇ ਧਰਤੀ ਦਾ ਚੱਕਰ ਆ ਕੇ ਖਤਮ ਹੋ ਗਿਆ ਜੀ। ਸੋ ਇਸ ਕਰਕੇ ਜੇ ਚਾਹੁੰਦੇ ਹੋ ਤੁਹਾਡੀਆਂ ਅਗਲੀਆਂ ਨਸਲਾਂ ਇੱਥੇ ਟਿਕੀਆਂ ਰਹਿਣ, ਕੈਨੇਡਾ ਬਣਿਆ ਰਵੇ, ਦੇਖ ਲਵੋ ਆਲ ਦੁਆਰ 'ਚ ਨਜ਼ਰ ਮਾਰ ਕੇ ਵੀ ਕੌਣ ਨੇ ਲੋਕ, ਕਿਹੜੇ ਕੰਮ ਕਰ ਰਹੇ ਨੇ ਜੀ। ਕੈਨੇਡੀਅਨ ਬੋਰਨ ਹੈ, ਕੈਨੇਡੀਅਨ ਟ੍ਰੇਨਡ ਆ, ਕੈਨੇਡੀਅਨ ਰੇਸਡ ਆ, ਕਿ ਜਾਂ ਉਹੀ ਆ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਤੇ ਇੱਥੇ ਮੌਕਾ ਮਿਲਿਆ, ਅਪਰਚੁਨਿਟੀ ਮਿਲੀ ਤੇ ਹੁਣ ਸਿਰਫ ਆਪਣਾ ਘਰ ਭਰਿਆ ਜਾ ਰਿਹਾ ਨਵੇਂ ਆਇਆਂ ਨੂੰ ਲੁੱਟ ਕੇ। ਦਿਸ ਇਜ਼ ਨਾਟ ਐਕਸੈਪਟੇਬਲ। ਸੋ ਇਸ ਕਰਕੇ ਭੈਣ ਭਰਾਓ, ਆਪਾਂ ਕਹਾਣੀਆਂ ਗੱਲਾਂ ਨਹੀਂ ਸੁਣਾਉਣੀਆਂ, ਕਿਸੇ ਦਾ ਡੈਮੇਜ ਕਰਨਾ ਆਪਣਾ ਪਰਪਸ ਨਹੀਂ। ਕੈਨੇਡਾ ਨੂੰ ਜੇ ਬਚਾਉਣਾ ਤੇ ਕੈਨੇਡੀਅਨ ਬਣ ਜਾਓ ਤੇ ਸਿੱਧੇ ਹੋ ਕੇ ਸਿਸਟਮ ਦੇ ਨਾਲ ਚੱਲੋ, ਦੇਖੋ ਫਿਰ ਕੈਨੇਡਾ ਹੀ ਰਹੂਗਾ। ਜੌਲ ਸਾਹਿਬ ਦੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ ਅਗਰ ਕੋਈ ਪ੍ਰੂਫ ਹੋਵੇ, ਕੋਈ ਗੱਲਬਾਤ ਹੋਵੇ, ਠੋਸ ਸਬੂਤ, ਤਾਂ 4168953784 4168953784 ਤੁਸੀਂ ਇਹਨਾਂ ਨੂੰ WhatsApp ਤੇ ਹੈਲੋ ਭੇਜ ਦਿਓ, ਆਪਣਾ ਨਾਮ ਭੇਜ ਦਿਓ ਤੇ ਦੇਖੋ ਫਿਰ ਸਵੇਰੇ ਸਾਰੇ ਹੀ ਮੀਡੀਆ ਤੋਂ ਪਹਿਲਾਂ ਹੀ ਤਾਜ਼ਾ ਖਬਰਾਂ ਤੁਹਾਡੇ ਬੈੱਡ ਦੇ ਉੱਤੇ ਹੀ ਪਹੁੰਚ ਜਾਂਦੀਆਂ ਨੇ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।